ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾਂ ਅਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਣਾ ਟੌਪ 500 ਹਿਸਟਰੀ ਦੇ ਕੁਐਸਚਨ। ਸੋ ਤੁਸੀਂ ਸਾਡੇ ਜਿਹੜੀ CBC ਐਗਜ਼ਾਮ ਗੁਰੂ ਐਪ ਹੈਗੀ ਉਹਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ, ਅਤੇ ਜੋ ਵੀ ਇਹਦੇ ਡਿਵਰਸ ਬੈਨੀਫਿਟ ਹੈ ਤੁਸੀਂ ਉਠਾ ਸਕਦੇ ਹੋ। ਠੀਕ ਹੈ ਜੀ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ARNTANEJ07, ਅਤੇ ਆਪਣੇ ਜੋ ਵੀ ਕੁਐਰੀਜ਼ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹਾਂਜੀ, ਆਪਾਂ ਕੱਲ੍ਹ ਪੜ੍ਹਿਆ ਸੀਗਾ ਨੋਨ ਕਾਰਪੋਰੇਸ਼ਨ ਮੂਵਮੈਂਟ ਕਿਵੇਂ ਸਟਾਰਟ ਹੋਈ ਸੀਗੀ, ਜਾਂ ਕਹਿ ਸਕਦੇ ਹਾਂ ਵੀ ਗਾਂਧੀ ਜੀ ਦਾ ਆਉਣਾ ਕਿਵੇਂ ਸੀਗਾ, ਜਲਿਆਂਵਾਲਾ ਬਾਗ ਦਾ ਜਿਹੜਾ ਵਾਕਾ ਸੀਗਾ, ਅਤੇ ਹੋਰ ਵੀ ਜਿਹੜੀਆਂ ਆਪਣੀਆਂ ਰਹਿ ਗਈਆਂ ਸੀ ਗੱਲਾਂ ਜੋ ਗਾਂਧੀ ਦੇ ਆਉਣ ਦੇ ਬਾਰੇ ਆਪਾਂ ਗੱਲਾਂ ਪੜ੍ਹ ਰਹੇ ਸੀਗੇ, ਉਹ ਰਹਿ ਗਈਆਂ ਸੀ, ਉਹਨਾਂ ਬਾਰੇ ਆਪਾਂ ਪੜ੍ਹ ਰਹੇ ਸੀਗੇ। ਸੋ ਆਪਾਂ ਅੱਗੇ ਕੰਟੀਨਿਊ ਕਰਾਂਗੇ ਆਪਾਂ ਜੋ ਵੀ ਹੈਗਾ ਆਪਣੇ ਲਈ। ਸੋ ਨੈਕਸਟ ਕੁਐਸਚਨ ਹੈਗਾ ਆਪਣਾ, ਦ ਰੋਲਟ ਐਕਟ ਵਾਜ਼ ਪਾਸ ਟੂ curtail the national and the revolutionary activities। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ ਰੋਲਟ ਐਕਟ ਕੀ ਹੈਗਾ ਸੀਗਾ। ਰੋਲਟ ਐਕਟ ਨੂੰ ਬਲੈਕ ਲਾਅ ਵੀ ਕਿਹਾ ਜਾਂਦਾ, ਜਾਂ ਕਹਿ ਸਕਦੇ ਆ ਕਾਲਾ ਕਾਨੂੰਨ ਵੀ ਕਿਹਾ ਜਾਂਦਾ। ਜਿਵੇਂ ਆਪਣੇ ਹੁਣ ਫਾਰਮ ਬਿੱਲ ਹੈਗੇ ਆ, ਉਹਨਾਂ ਨੂੰ ਕਾਲੇ ਕਾਨੂੰਨ ਕਿਹਾ ਜਾ ਰਿਹਾ, ਤਾਂ ਉਸ ਟਾਈਮ 'ਤੇ ਜਿਹੜਾ ਰੋਲਟ ਐਕਟ ਸੀਗਾ ਉਹਨੂੰ ਕਾਲਾ ਕਾਨੂੰਨ ਕਿਹਾ ਗਿਆ ਸੀਗਾ। ਇਹਨੂੰ ਕਾਲਾ ਕਾਨੂੰਨ ਕਿਉਂ ਕਿਹਾ ਗਿਆ ਸੀਗਾ? ਕਿਉਂਕਿ ਇਹਨੂੰ ਸਿਰਫ ਸਸਪੀਸ਼ਨ ਦੇ ਆਧਾਰ 'ਤੇ, ਜਾਂ ਕਹਿ ਸਕਦੇ ਹਾਂ ਸ਼ੱਕ ਦੇ ਆਧਾਰ 'ਤੇ ਕਿਸੇ ਵੀ ਬੰਦੇ ਨੂੰ ਚੱਕਿਆ ਜਾ ਸਕਦਾ ਸੀਗਾ, ਅਤੇ ਬਿਨਾਂ ਟਰਾਇਲ 'ਤੇ ਉਹਨੂੰ ਡਿਟੇਨ ਕੀਤਾ ਜਾ ਸਕਦਾ ਹੁੰਦਾ ਸੀਗਾ। ਸੋ ਇਹ ਬਹੁਤ ਹੀ ਮਤਲਬ ਇਹਦਾ ਡਰੋਬੈਕ ਸੀਗਾ ਵੀ ਹਾਂ, ਤੁਹਾਡੇ 'ਤੇ ਸ਼ੱਕ ਹੈਗਾ, ਤੁਹਾਨੂੰ ਚੱਕ ਲਿਆ ਜਾਊਗਾ, ਅਤੇ ਤੁਹਾਨੂੰ ਬਿਨਾਂ ਟਰਾਇਲ ਤੋਂ, ਬਿਨਾਂ ਮੈਜਿਸਟ੍ਰੇਟ ਤੋਂ ਪੇਸ਼ ਕੀਤੇ ਹੋਏ ਤੁਹਾਨੂੰ ਉੱਥੇ ਰੱਖਿਆ ਜਾਊਗਾ, ਮਤਲਬ ਕਿਤੇ ਵੀ ਡਿਟੇਨ ਕੀਤਾ ਜਾਊਗਾ, ਜਾਂ ਕਹਿ ਸਕਦੇ ਗ੍ਰਿਫਤਾਰ ਕੀਤਾ ਜਾਊਗਾ। ਠੀਕ ਹੈ ਜੀ। ਤਾਂ ਇਹ ਸੀਗਾ ਆਪਣਾ ਰੋਲਟ ਐਕਟ। ਸੋ ਇਹਦੇ ਅਗੇਂਸਟ 1919 ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਮਤਲਬ ਇੱਕ ਮੂਵਮੈਂਟ ਚਲਾਈ ਸੀਗੀ। ਠੀਕ ਹੈ ਜੀ। ਤਾਂ ਉਹਨਾਂ ਬਾਰੇ ਆਪਾਂ ਪੜ੍ਹਾਂਗੇ ਅੱਜ। ਤਾਂ ਵੈਨ ਵਾਜ਼ ਦਾ ਰੋਲਟ ਐਕਟ ਪਾਸ? ਰੋਲਟ ਐਕਟ ਪਾਸ ਕਦੋਂ ਹੋਇਆ ਸੀਗਾ? 1919 ਦੇ ਵਿੱਚ ਹੋਇਆ ਸੀਗਾ। ਇਹ ਕਿਉਂ ਹੋਇਆ ਸੀਗਾ? ਆਪਣਾ ਪਹਿਲਾ ਕੁਐਸਚਨ ਇਹ ਹੈਗਾ, ਟੂ ਕਰਟੇਲ ਦਾ ਨੈਸ਼ਨਲ ਐਂਡ ਦਾ ਰੈਵੋਲਿਊਸ਼ਨਰੀ ਐਕਟੀਵਿਟੀਜ਼। ਅੰਗਰੇਜ਼ਾਂ ਨੂੰ ਲੱਗਦਾ ਸੀਗਾ ਵੀ ਵਰਲਡ ਵਾਰ 1 ਤੋਂ ਬਾਅਦ, ਜਦੋਂ 1919 ਦੇ ਵਿੱਚ ਵਰਲਡ ਵਾਰ ਖਤਮ ਹੋ ਗਿਆ ਸੀ, ਤਾਂ ਉਹਨਾਂ ਨੂੰ ਲੱਗਦਾ ਸੀਗਾ ਵੀ ਹੁਣ ਜਿਹੜੀ ਰੈਵੋਲਿਊਸ਼ਨਰੀ ਐਕਟੀਵਿਟੀਜ਼ ਵੱਧ ਸਕਦੀਆਂ ਪੂਰੇ ਇੰਡੀਆ ਦੇ ਵਿੱਚ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਵੀ ਵਰਲਡ ਵਾਰ 1 ਤੋਂ ਬਹੁਤ ਲੋਕ ਇੰਸਪਾਇਰ ਹੈਗੇ ਆ। ਕੁਛ ਲੋਕ ਐਵੇਂ ਸੋਚ ਰਹੇ ਸੀਗੇ ਵੀ ਹਾਂ, ਜਿਹੜੀ ਬ੍ਰਿਟੇਨ ਦੀ ਸਰਕਾਰ ਹੈਗੀ ਹੈ ਕਮਜ਼ੋਰ ਪੈ ਗਈ ਹੈ, ਤਾਂ ਇਹਦੇ ਉੱਤੇ ਹਮਲਾ ਕੀਤਾ ਜਾ ਸਕਦਾ। ਤਾਂ ਅੰਗਰੇਜ਼ਾਂ ਦੀ ਪਰਸੈਪਸ਼ਨ ਸੀਗੀ ਵੀ ਹਾਂ, ਲੋਕ ਇੱਦਾਂ ਸੋਚ ਰਹੇ ਆ। ਤਾਂ ਇਸ ਚੀਜ਼ ਨੂੰ ਪਹਿਲਾਂ ਹੀ ਉਹ ਰੋਕਣ ਵਾਸਤੇ ਉਹਨਾਂ ਨੇ ਇੱਕ ਲਾਅ ਪਾਸ ਕਰਤਾ, ਜਿਹਦਾ ਨਾਮ ਸੀਗਾ ਰੋਲਟ ਐਕਟ 1919, ਜਿਹਦੇ ਰਾਹੀਂ ਸ਼ੱਕ ਦੇ ਆਧਾਰ 'ਤੇ ਕਿਸੇ ਨੂੰ ਵੀ ਚੱਕਿਆ ਜਾ ਸਕਦਾ ਹੁੰਦਾ ਸੀਗਾ। ਇਹਨੂੰ ਕਾਲਾ ਕਾਨੂੰਨ ਵੀ ਕਿਹਾ ਜਾ ਸਕਦਾ ਸੀਗਾ, ਜਾਂ ਬਲੈਕ ਲਾਅ ਕਿਹਾ ਗਿਆ ਸੀਗਾ। ਠੀਕ ਹੈ। ਸੋ ਇਹ ਕਿਉਂ ਮਾੜਾ ਸੀਗਾ? ਕਿਉਂਕਿ ਟਰਾਇਲ ਤੋਂ ਬਿਨਾਂ ਹੀ ਕਿਸੇ ਨੂੰ ਅਰੈਸਟ ਕੀਤਾ ਜਾ ਸਕਦਾ ਸੀਗਾ ਕਿੰਨੇ ਹੀ ਸਮੇਂ ਤੱਕ। ਠੀਕ ਹੈ। 2 ਸਾਲਾਂ ਲਈ ਟਰਾਇਲ 'ਤੇ ਨਹੀਂ ਪੇਸ਼ ਕੀਤਾ ਜਾਊਗਾ ਤੁਹਾਨੂੰ। ਜੇ ਆਪਾਂ ਡੀਪਲੀ ਥੋੜ੍ਹਾ ਜਿਹਾ ਇਸ ਲਾਅ ਨੂੰ ਪੜ੍ਹੀਏ, ਤਾਂ 2 ਸਾਲਾਂ ਲਈ ਤੁਹਾਨੂੰ ਮੈਜਿਸਟ੍ਰੇਟ ਕੋਲ ਪੇਸ਼ ਨਹੀਂ ਕੀਤਾ ਜਾ ਸਕਦਾ, ਅਗਰ ਸਰਕਾਰ ਚਾਹੇ ਤਾਂ। ਸਰਕਾਰ ਦੀ ਮਰਜ਼ੀ ਸੀਗੀ। ਸੋ ਤੁਸੀਂ ਵੇਖ ਸਕਦੇ ਹੋ ਕਿੰਨਾ ਹੀ ਮਤਲਬ ਆਪਣੀ ਜਿਹੜੀ ਇੰਡੀਵਿਜੂਅਲ ਲਿਬਰਟੀ ਸੀਗੀ ਉਹਨੂੰ ਕਿਸ ਲੈਵਲ ਤੱਕ ਕਰਟੇਲ ਕੀਤਾ ਗਿਆ ਸੀਗਾ। ਠੀਕ ਹੈ। ਤਾਂ ਗਾਂਧੀ ਜੀ ਨੇ ਸੱਤਿਆਗ੍ਰਹਿ ਲਾਂਚ ਕੀਤਾ ਸੀਗਾ, ਰੋਲਟ ਐਕਟ ਸੱਤਿਆਗ੍ਰਹਿ। ਠੀਕ ਹੈ ਜੀ, ਜੋ ਇਸ ਲਾਅ ਦੇ ਅਗੇਂਸਟ ਪਾਸ ਕੀਤਾ ਗਿਆ ਸੀਗਾ। ਅਤੇ ਆਪਣੇ ਜਲਿਆਂਵਾਲਾ ਬਾਗ ਮੈਸਕਰੈਂਸ ਵੀ ਇਸੇ ਕਰਕੇ ਹੋਇਆ ਸੀਗਾ, ਕਿਉਂਕਿ ਜਲਿਆਂਵਾਲਾ ਬਾਗ ਦੇ ਵਿੱਚ ਰੋਲਟ ਐਕਟ ਦੇ ਅਗੇਂਸਟ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ। ਸੋ ਆਪਾਂ ਅੱਗੇ ਜਾ ਕੇ ਪੜ੍ਹਦੇ ਹਾਂ। ਸੋ ਦ ਜਲਿਆਂਵਾਲਾ ਬਾਗ ਮੈਸਕਰੈਂਸ ਹੈਪਨਡ ਇਨ ਦਾ ਕੰਟੈਂਟ ਆਫ ਵਿਚ ਗਾਂਧੀਅਨ ਸੱਤਿਆਗ੍ਰਹਿ। ਸੋ ਆਪਾਂ ਨੂੰ ਪੁੱਛਿਆ ਗਿਆ ਵੀ ਜਲਿਆਂਵਾਲਾ ਜਿਹੜਾ ਸੱਤਿਆਗ੍ਰਹਿ ਹੈਗਾ, ਜਲਿਆਂਵਾਲਾ ਬਾਗ ਮੈਸਕਰੈਂਸ ਹੈਗਾ, ਜਾਂ ਕਹਿ ਸਕਦੇ ਜਲਿਆਂਵਾਲਾ ਵਾਕਾ ਹੈਗਾ, ਉਹ ਕਿਉਂ ਹੋਇਆ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ, ਜਿਹੜੇ ਲੋਕ ਸੀਗੇ ਉੱਥੇ ਪ੍ਰਦਰਸ਼ਨ ਕਰ ਰਹੇ ਸੀਗੇ ਰੋਲਟ ਐਕਟ ਦੇ ਅਗੇਂਸਟ ਅੰਮ੍ਰਿਤਸਰ ਦੇ ਵਿੱਚ। ਤਾਂ ਰੋਲਟ ਐਕਟ ਦੇ ਵਿੱਚ ਪ੍ਰਦਰਸ਼ਨ ਕਰਦੇ ਲੋਕਾਂ ਉੱਤੇ ਜਨਰਲ ਡਾਇਰ ਨੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ ਸੀਗਾ। ਠੀਕ ਹੈ। ਸਾਰਿਆਂ ਨੂੰ ਪਤਾ ਹੀ ਹੈਗੀ ਹੈ, ਪੰਜਾਬ ਦੀ ਹਿਸਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗੀ ਹੈ। ਤਾਂ ਆਪਣਾ ਆਨਸਰ ਆ ਜਾਊਗਾ ਰੋਲਟ ਐਕਟ ਸੱਤਿਆਗ੍ਰਹਿ ਦੇ ਪ੍ਰਦਰਸ਼ਨ ਦੇ ਵਿੱਚ ਲੋਕ ਉੱਥੇ ਜੁੜੇ ਹੋਏ ਸੀਗੇ। ਜਿਹੜੀ ਕਿ ਸਟਾਰਟ ਕੀਤੀ ਸੀ ਮੂਵਮੈਂਟ ਗਾਂਧੀ ਨੇ ਸਟਾਰਟ ਕੀਤੀ ਸੀ, ਰੋਲਟ ਐਕਟ ਸੱਤਿਆਗ੍ਰਹਿ। ਠੀਕ ਹੈ ਜੀ। ਤਾਂ ਰੋਲਟ ਐਕਟ ਦੇ ਅਗੇਂਸਟ ਲੋਕ ਉੱਥੇ ਇਕੱਠੇ ਹੋਏ ਸੀਗੇ, ਅਤੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਵੀ 144 ਧਾਰਾ ਲੱਗੀ ਹੋਈ ਹੈ, ਤਾਂ ਉਹਨਾਂ ਉੱਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ ਗਿਆ। ਠੀਕ ਹੈ। ਅਤੇ ਕਦੋਂ ਹੋਇਆ ਸੀਗਾ? ਸਾਰਿਆਂ ਨੂੰ ਪਤਾ ਹੈ, ਇਹ ਜਿਹੜਾ ਵਾਕਾ ਹੋਇਆ ਸੀਗਾ ਵਿਸਾਖੀ ਵਾਲੇ ਦਿਨ ਹੋਇਆ ਸੀਗਾ। ਤਾਂ ਆਪਣਾ ਆਨਸਰ ਆ ਜਾਊਗਾ 13 ਅਪ੍ਰੈਲ 1919 ਵਾਲੇ ਦਿਨ ਹੋਇਆ ਸੀਗਾ ਇਹ ਵਾਲਾ ਵਾਕਾ। ਠੀਕ ਹੈ। ਤਾਂ ਆਪਣਾ ਨੈਕਸਟ ਕੁਐਸਚਨ ਹੈਗਾ, ਹੂ ਵਾਜ਼ ਦਾ ਵਾਇਸਰੋਏ ਆਫ ਇੰਡੀਆ ਵੈਨ ਦਾ ਰੋਲਟ ਐਕਟ ਵਾਜ਼ ਪਾਸਡ? ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਕਿ ਜਦੋਂ ਰੋਲਟ ਐਕਟ ਪਾਸ ਕੀਤਾ ਗਿਆ ਸੀ ਤਾਂ ਆਪਣਾ ਵਾਇਸਰੋਏ ਕੌਣ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਚੈਮਸਫੋਰਡ। ਲੋਰਡ ਚੈਮਸਫੋਰਡ ਆਪਣੇ ਵਾਇਸਰੋਏ ਸੀਗੇ ਇੰਡੀਆ ਦੇ ਜਦੋਂ ਇਹ ਰੋਲਟ ਐਕਟ ਪਾਸ ਕੀਤਾ ਗਿਆ ਸੀਗਾ। ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ, ਕਿਉਂਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ।
ਸੋ ਰੋਲਟ ਐਕਟ 1919, ਠੀਕ ਹੈ ਜੀ। ਪਹਿਲਾ ਸੱਤਿਆਗ੍ਰਹਿ ਪੁੱਛ ਲਿਆ ਜਾਵੇ ਗਾਂਧੀ ਜੀ ਤਾਂ ਆਪਣਾ ਆਨਸਰ ਆ ਜਾਊਗਾ ਚੰਪਾਰਨ ਸੱਤਿਆਗ੍ਰਹਿ। ਫਿਰ ਉਸ ਤੋਂ ਬਾਅਦ ਅਹਿਮਦਾਬਾਦ ਮਿਲ ਸਟ੍ਰਾਈਕ, ਫਿਰ ਉਸ ਤੋਂ ਬਾਅਦ ਖੇੜਾ ਸੱਤਿਆਗ੍ਰਹਿ, ਫਿਰ ਉਸ ਤੋਂ ਬਾਅਦ ਰੋਲਟ ਐਕਟ ਸੱਤਿਆਗ੍ਰਹਿ, ਫਿਰ ਉਸ ਤੋਂ ਬਾਅਦ ਖਿਲਾਫਤ ਨੌਨ ਕਾਰਪੋਰੇਸ਼ਨ ਮੂਵਮੈਂਟ, ਠੀਕ ਹੈ ਜੀ। ਫਿਰ ਆ ਜਾਊਗਾ ਉਸ ਤੋਂ ਬਾਅਦ ਸਿਵਲ ਡਿਸਓਬੀਡੈਂਸ ਮੂਵਮੈਂਟ, ਠੀਕ ਹੈ ਜੀ। ਸੋ ਇਹਨਾਂ ਦਾ ਕ੍ਰੋਨੋਲੋਜੀਕਲ ਆਰਡਰ ਵੀ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ। ਰੋਲਟ ਐਕਟ ਕਿਹੜੇ ਲੋਰਡ ਦੇ ਦੌਰਾਨ ਪਾਸ ਕੀਤਾ ਗਿਆ ਸੀ ਤਾਂ ਆਪਣਾ ਆਨਸਰ ਆ ਜਾਊਗਾ ਲੋਰਡ ਚੈਮਸਫੋਰਡ ਦੇ ਦੌਰਾਨ, ਠੀਕ ਹੈ। ਤਾਂ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਦ ਫਸਟ ਵੈਂਚਰ ਆਫ ਗਾਂਧੀ ਜੀ ਇਨ ਆਲ ਇੰਡੀਆ ਪੋਲੀਟਿਕਸ ਵਾਸ ਦਾ। ਫਸਟ ਵੈਂਚਰ ਦਾ ਮਤਲਬ ਕੀ ਹੁੰਦਾ ਹੈ ਵੀ ਪੂਰੇ ਆਲ ਇੰਡੀਆ ਲੈਵਲ 'ਤੇ ਉਹਨਾਂ ਨੇ ਕਿਹੜਾ ਪਹਿਲਾ ਸੱਤਿਆਗ੍ਰਹਿ ਪਰਫੋਰਮ ਕੀਤਾ ਸੀ, ਜਾਂ ਕਹਿ ਸਕਦੇ ਹਾਂ ਕਿਹੜਾ ਉਹਨਾਂ ਦਾ ਮੇਨ ਈਵੈਂਟ ਸੀ ਜੋ ਗਾਂਧੀ ਜੀ ਦੁਆਰਾ ਲੀਡ ਕੀਤਾ ਗਿਆ ਸੀ। ਤਾਂ ਆਪਣਾ ਆਨਸਰ ਆ ਜਾਊਗਾ ਰੋਲਟ ਐਕਟ ਸੱਤਿਆਗ੍ਰਹਿ। ਪਹਿਲਾ ਐਜ ਆ ਵੈਂਚਰ ਸੀਗਾ ਜੋ ਗਾਂਧੀ ਜੀ ਨੇ ਲੀਡ ਕੀਤਾ ਸੀਗਾ, ਮਤਲਬ ਉਹ ਨੈਸ਼ਨਲ ਲੈਵਲ 'ਤੇ। ਬਾਕੀ ਜਿਹੜੇ ਵੀ ਕੀਤੇ ਸੀ ਉਹਨਾਂ ਨੇ ਪਹਿਲਾਂ ਲੀਡ ਕੀਤੇ ਸੀਗੇ, ਉਹ ਸਾਰੇ ਦੇ ਸਾਰੇ ਲੋਕਲ ਲੈਵਲ 'ਤੇ ਕੀਤੇ ਹੋਏ ਸੀ। ਜਿਵੇਂ ਤੁਸੀਂ ਵੇਖ ਸਕਦੇ ਹੋ ਜਿਹੜਾ ਆਪਣਾ ਕੀ ਨਾਮ ਸੀਗਾ ਉਹਦਾ, ਚੰਪਾਰਨ ਸੱਤਿਆਗ੍ਰਹਿ ਲਾ ਲਓ, ਖੇੜਾ ਸੱਤਿਆਗ੍ਰਹਿ ਲਾ ਲਓ, ਅਹਿਮਦਾਬਾਦ ਮਿਲ ਸਟ੍ਰਾਈਕ ਹੋਣ ਤੋਂ ਪਹਿਲਾਂ ਜਿੰਨੇ ਵੀ ਹੋ ਚੁੱਕੇ ਆ ਲੋਕਲ ਲੈਵਲ 'ਤੇ ਰੀਜਨਲ ਲੈਵਲ 'ਤੇ ਕੀਤੇ ਸੀਗੇ। ਹੁਣ ਉਹਨਾਂ ਦੇ ਸਕਸੈਸ ਨੇ ਕੰਟਰੀਬਿਊਟ ਕੀਤਾ ਗਾਂਧੀ ਨੂੰ ਐਜ਼ ਏ ਕੀ ਕਹਿ ਸਕਦੇ ਹਾਂ ਆਪਣਾ ਨੈਸ਼ਨਲ ਲੀਡਰ ਬਣਨ ਦੇ ਵਿੱਚ ਮਦਦ ਕੀਤੀ। ਪਹਿਲਾਂ ਕੀ ਹੁੰਦਾ ਸੀਗਾ, ਇੱਕ ਰੀਜਨਲ ਲੀਡਰ ਸੀਗੇ, ਕਿਉਂਕਿ ਉਹਨਾਂ ਦੇ ਜਿਹੜੇ ਆਈਡੀਆ ਸੀਗੇ ਉਹਨਾਂ ਲੋਕਲ ਲੈਵਲ 'ਤੇ ਇੱਕ ਕਹਿ ਸਕਦੇ ਹਾਂ ਪਾਇਲਟ ਪ੍ਰੋਜੈਕਟ ਲਾ ਕੇ ਵੇਖੇ ਉਹਨਾਂ ਨੇ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਆਈਡੀਆ ਸੀ ਸਕਸੈਸਫੁਲ ਹੁੰਦੇ ਵਿਖੇ ਤਾਂ ਉਹ ਇੱਕ ਨੈਸ਼ਨਲ ਲੀਡਰ ਦੀ ਤੌਰ 'ਤੇ ਉੱਭਰ ਕੇ ਸਾਹਮਣੇ ਆਏ। ਤਾਂ ਪਹਿਲਾ ਕਿਹੜਾ ਸੀਗਾ ਸੱਤਿਆਗ੍ਰਹਿ ਜਿੱਥੇ ਮਤਲਬ ਜਾਂ ਕਹਿ ਸਕਦੇ ਪਹਿਲਾ ਕਿਹੜਾ ਐਜ ਏ ਈਵੈਂਟ ਸੀਗਾ ਜੋ ਉਹਨਾਂ ਨੇ ਨੈਸ਼ਨਲ ਲੈਵਲ 'ਤੇ ਲੀਡ ਕੀਤਾ, ਤਾਂ ਆਪਣਾ ਆਨਸਰ ਆ ਜਾਊਗਾ ਰੋਲਟ ਐਕਟ ਸੱਤਿਆਗ੍ਰਹਿ, ਠੀਕ ਹੈ। ਦ ਐਨਾਰਿਕਲ ਐਂਡ ਦਾ ਰੈਵੋਲੂਸ਼ਨਰੀ ਕ੍ਰਾਈਮ ਐਕਟ ਪਾਪੂਲਰਲੀ ਨੋਨ ਐਜ਼ ਦਾ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਜਿਹੜਾ ਆਪਣਾ ਐਨਾਰਿਕਲ ਐਂਡ ਦਾ ਰੈਵੋਲੂਸ਼ਨਰੀ ਕ੍ਰਾਈਮ ਐਕਟ ਹੈਗਾ ਉਹਨੂੰ ਕਿਸ ਨਾਮ ਦੇ ਨਾਲ ਵੀ ਜਾਣਿਆ ਜਾਂਦਾ, ਕਾਮਨ ਨਾਮ ਦੇ ਨਾਲ ਜਾਣਿਆ ਜਾਂਦਾ, ਤਾਂ ਆਪਣਾ ਆਨਸਰ ਆ ਜਾਊਗਾ ਰੋਲਟ ਐਕਟ ਨੂੰ ਹੀ ਐਨਾਰਿਕਲ ਐਂਡ ਦਾ ਰੈਵੋਲੂਸ਼ਨਰੀ ਕ੍ਰਾਈਮ ਐਕਟ ਦੇ ਨਾਮ ਨਾਲ ਜਾਣਿਆ ਜਾਂਦਾ, ਠੀਕ ਹੈ ਜੀ। ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਕਈ ਵਾਰੀ ਹੁਣ ਵੇਖੋ, ਹੁਣ ਇਹ ਸਾਰੀ ਦੁਨੀਆ ਨੂੰ ਪਤਾ ਹੋਣਾ ਵੀ ਰੋਲਟ ਐਕਟ 1919 ਦੇ ਵਿੱਚ ਪਾਸ ਹੋਇਆ ਸੀਗਾ, ਕਿਉਂ ਪਾਸ ਕੀਤਾ ਗਿਆ ਸੀਗਾ, ਇਹਦੇ ਵਿੱਚ ਪ੍ਰੋਵੀਜ਼ਨਸ ਕੀ ਸੀਗੀਆਂ, ਠੀਕ ਹੈ ਜੀ। ਇਹ ਲਗਭਗ ਸਾਰਿਆਂ ਨੂੰ ਪਤਾ ਹੋਊਗਾ। ਪਰ ਜਿਹੜੀ ਚੀਜ਼ ਨਹੀਂ ਪਤਾ ਹੋਣੀ ਵੀ ਪ੍ਰੋਪਰ ਐਕਟ ਦਾ ਨਾਮ ਕੀ ਸੀਗਾ, ਪ੍ਰੋਪਰ ਐਕਟ ਦਾ ਨਾਮ ਕੀ ਸੀਗਾ, ਦਾ ਐਨਾਰਿਕਲ ਐਂਡ ਦਾ ਰੈਵੋਲੂਸ਼ਨਰੀ ਕ੍ਰਾਈਮ ਐਕਟ ਪਾਪੂਲਰਲੀ ਨੋਨ ਐਜ਼ ਦਾ ਰੋਲਟ ਐਕਟ, ਠੀਕ ਹੈ ਜੀ। ਸੋ ਪ੍ਰੋਪਰ ਨਾਮ ਜਿਹੜਾ ਹੈਗਾ, ਜਿਹੜੇ ਉਸ ਤੋਂ ਐਡਵਾਂਸ ਕੁਐਸਚਨ ਬਣ ਸਕਦਾ, ਸਟੈਂਡਰਡ ਕੁਐਸਚਨ ਤਾਂ ਆਪਾਂ ਕਰ ਹੀ ਰਹੇ ਹਾਂ, ਜੋ ਇਸ ਤੋਂ ਇੱਕ ਫਰਦਰ ਅਪ ਲੈਵਲ ਬਣ ਸਕਦੇ ਕੁਐਸਚਨ ਆਪਾਂ ਉਹਨਾਂ 'ਤੇ ਐਮਫਸਿਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ ਜੀ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਰਵਿੰਦਰਨਾਥ ਟੈਗੋਰ gave up his knighthood in the protest which one of the following। ਸੋ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਵੀ ਜਿਹੜੇ ਆਪਣੇ ਰਵਿੰਦਰਨਾਥ ਟੈਗੋਰ ਹੈਗੇ ਆ, ਉਹਨਾਂ ਨੇ ਨਾਈਟਨਹੁੱਡ ਦਾ ਜਿਹੜਾ ਟਾਈਟਲ ਹੈਗਾ ਜਿਹੜਾ ਅੰਗਰੇਜ਼ਾਂ ਦੁਆਰਾ ਦਿੱਤਾ ਗਿਆ ਸੀਗਾ, ਉਹਨਾਂ ਨੇ ਕਿਸ ਪ੍ਰੋਟੈਸਟ ਦੇ ਦੌਰਾਨ ਉਹਨਾਂ ਨੇ ਜਿਹੜਾ ਆਪਣਾ ਟਾਈਟਲ ਹੈਗਾ ਉਹ ਗਿਵ ਅਪ ਕੀਤਾ ਜਾਂ ਛੱਡਿਆ, ਤਾਂ ਆਪਣਾ ਆਨਸਰ ਆ ਜਾਊਗਾ ਮੈਸਕਰੇਨਸ ਐਟ ਜਲਿਆਂਵਾਲਾ ਬਾਗ। ਸੋ ਜਲਿਆਂਵਾਲਾ ਬਾਗ ਦੇ ਆਪਣਾ ਰੋਸ਼ ਪ੍ਰਗਟ ਕਰਨ ਵਾਸਤੇ ਉਹਨਾਂ ਨੇ ਜਿਹੜਾ ਟਾਈਟਲ ਹੈਗਾ ਉਹ ਗਿਵ ਅਪ ਕਰਤਾ ਸੀ, ਮਤਲਬ ਛੱਡਤਾ ਸੀਗਾ। ਬਹੁਤ ਇੰਪੋਰਟੈਂਟ ਹੈਗਾ ਵੀ ਆਪਾਂ ਨੂੰ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ ਵੀ ਨਾਈਟਨਹੁੱਡ ਦਾ ਟਾਈਟਲ ਰਵਿੰਦਰਨਾਥ ਟੈਗੋਰ ਨੇ ਕਿਹੜੇ ਈਵੈਂਟ ਦੇ ਅਗੇਂਸਟ ਆਪਣਾ ਟਾਈਟਲ ਗਿਵ ਅਪ ਕੀਤਾ ਸੀ, ਤਾਂ ਆਪਣਾ ਆਨਸਰ ਆ ਜਾਊਗਾ ਮੈਸਕਰੇਨਸ ਐਟ ਜਲਿਆਂਵਾਲਾ ਬਾਗ, ਜਾਂ ਕਹਿ ਸਕਦੇ ਜਲਿਆਂਵਾਲਾ ਬਾਗ ਇੰਸੀਡੈਂਟ। ਜਲਿਆਂਵਾਲਾ ਬਾਗ ਇੰਸੀਡੈਂਟ ਕਿਉਂ ਹੋਇਆ ਸੀ? ਕਿਉਂਕਿ ਇੱਥੇ ਲੋਕ ਇਕੱਠੇ ਹੋਏ ਸੀਗੇ, ਪ੍ਰੋਟੈਸਟ ਕਰ ਰਹੇ ਸੀਗੇ ਰੋਲਟ ਐਕਟ ਦੇ ਅਗੇਂਸਟ, ਠੀਕ ਹੈ। ਸੋ ਸਾਰਿਆਂ ਨੂੰ ਪਤਾ ਹੀ ਹੋਣੀ ਹੈ ਚੀਜ਼। ਹੰਟਰ ਕਮੇਟੀ ਵਾਜ਼ ਅਪੋਇੰਟਡ ਆਫਟਰ ਦਾ। ਹੁਣ ਜਿਹੜੀ ਵੀ ਮਿਸਕਰੈਂਸ ਕ੍ਰੀਏਟ ਕੀਤੀ ਗਈ, ਜਾਂ ਕਹਿ ਸਕਦੇ ਜਿਹੜੀ ਵੀ ਦੁਰਘਟਨਾ ਹੋਈ ਆਪਣੇ ਜਲਿਆਂਵਾਲਾ ਬਾਗ ਦੇ ਵਿੱਚ, ਤਾਂ ਉਹਦੇ ਉੱਤੇ ਇੱਕ ਕਮੇਟੀ ਫਾਰਮ ਕੀਤੀ ਗਈ ਸੀਗੀ ਵੀ ਹਾਂ ਅਸੈਸ ਕਰੇ ਕਮੇਟੀ ਵੀ ਹਾਂ ਕਿੰਨਾ ਕੁ ਨੁਕਸਾਨ ਹੋਇਆ, ਕਿਹਦੀ ਗਲਤੀ ਸੀਗੀ ਜਾਂ ਕਿਵੇਂ ਸੀਗਾ। ਤਾਂ ਕਿਹੜੀ ਕਮੇਟੀ ਫਾਰਮ ਕੀਤੀ ਗਈ ਸੀ, ਤਾਂ ਆਪਣਾ ਆਨਸਰ ਆ ਜਾਊਗਾ ਹੰਟਰ ਕਮੇਟੀ, ਠੀਕ ਹੈ ਜੀ। ਇੱਕ ਹੰਟਰ ਕਮਿਸ਼ਨ ਹੋਰ ਵੀ ਫਾਊਂਡ ਕੀਤਾ ਗਿਆ ਸੀ ਜਿਹੜਾ ਕਿ 1882 ਦੇ ਵਿੱਚ ਕੀਤਾ ਗਿਆ ਸੀ, ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਨੂੰ ਰਿਵਿਊ ਕਰਨ ਵਾਸਤੇ ਅਪੋਇੰਟ ਕੀਤਾ ਗਿਆ ਸੀਗਾ। ਜੇ ਤੁਸੀਂ ਪ੍ਰੀਵੀਅਸ ਲੈਕਚਰ ਵੇਖੇ ਉੱਥੇ ਆਪਾਂ ਸਾਰੇ ਕਰਵਾਏ ਆ, ਸੈਡਲਰ ਕਮਿਸ਼ਨ, ਹੰਟਰ ਕਮਿਸ਼ਨ, ਵੁੱਡ ਡਿਸਪੈਚ, ਮਿੰਟ ਮੈਕਲੇ ਕਮਿਸ਼ਨ, ਸਾਰਾ ਕੁਛ ਆਪਾਂ ਕਰ ਚੁੱਕੇ ਹਾਂ ਹੁਣ ਤੱਕ। ਜਿਹੜੀ ਆਪਣਾ ਹਿਸਟਰੀ ਦਾ 75% ਆਪਾਂ ਸਿਲੇਬਸ 15 ਤੋਂ 16 ਲੈਕਚਰਸ ਦੇ ਵਿੱਚ ਆਪਾਂ ਕਵਰ ਕਰ ਚੁੱਕੇ ਹਾਂ, ਠੀਕ ਹੈ। ਸੋ ਜਾ ਕੇ ਜ਼ਰੂਰ ਵੇਖੋ ਵੀਡੀਓਜ਼ ਜਿਹਨੇ ਨਹੀਂ ਵੇਖੀਆਂ, ਕਿਉਂਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ ਜਾਏ, ਚਾਹੇ ਤੁਹਾਡਾ ਪਟਵਾਰੀ ਦਾ ਐਗਜ਼ਾਮ ਆਉਣ ਵਾਲਾ ਹੈ, ਚਾਹੇ ਤੁਹਾਡਾ ਨਾਇਬ ਤਹਿਸੀਲਦਾਰ ਦਾ, ਜਾਂ ਕਹਿ ਸਕਦੇ ਹਾਂ ਪੰਜਾਬ ਦਾ, ਇੰਡੀਆ ਲੈਵਲ ਦਾ ਕੋਈ ਵੀ ਐਗਜ਼ਾਮ ਆਉਣ ਵਾਲਾ, ਤੁਹਾਡੇ ਸਾਰੇ ਐਗਜ਼ਾਮ ਦੇ ਲਈ ਰੈਲੇਵੈਂਟ ਹੈਗੇ ਆ, ਠੀਕ ਹੈ। ਜਾ ਕੇ ਜ਼ਰੂਰ ਵੇਖੋ ਜਿਹਨੇ ਨਹੀਂ ਵੇਖੇ,
ਠੀਕ ਹੈ। ਜੋ ਵੇਖ ਰਹੇ ਆ ਵੈਲ ਐਂਡ ਗੁੱਡ ਹੈਗਾ, ਅਤੇ ਤੁਹਾਡੇ ਰਿਵਿਊਜ਼ ਬਹੁਤ ਵਧੀਆ ਆ ਰਹੇ ਹੈ। ਸੋ ਇਸੇ ਤਰ੍ਹਾਂ ਤੁਸੀਂ ਆਪਣੇ ਜੋ ਵੀ ਰਿਵਿਊਜ਼ ਹੈ ਦਿੰਦੇ ਰਹੋ। ਸੋ ਆਪਾਂ ਅੱਗੇ ਮੂਵ ਕਰਦੇ ਹਾਂ। ਸੋ ਹੂ ਵਾਜ਼ ਇਲੈਕਟਿਡ ਐਜ਼ ਦਾ ਪ੍ਰੈਜ਼ੀਡੈਂਟ ਆਫ ਆਲ ਇੰਡੀਆ ਖਿਲਾਫਤ ਕਾਨਫਰੰਸ ਇਨ 1919? ਬਹੁਤ ਹੀ ਵਧੀਆ ਕੁਐਸਚਨ ਹੈਗਾ ਵੀ ਆਲ ਇੰਡੀਆ ਖਿਲਾਫਤ ਕਾਨਫਰੰਸ ਹੋਈ ਸੀਗੀ 1919 ਦੇ ਵਿੱਚ, ਤਾਂ ਉਹਦਾ ਲੀਡਰ ਕਿਹਨੂੰ ਅਪੋਇੰਟ ਕੀਤਾ ਗਿਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਮਹਾਤਮਾ ਗਾਂਧੀ ਨੂੰ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦਾ ਵੀ ਖਿਲਾਫਤ ਮੂਵਮੈਂਟ ਕੀ ਸੀਗੀ। ਖਿਲਾਫਤ ਮੂਵਮੈਂਟ ਇਹ ਸੀਗੀ ਵੀ ਉਹਨਾਂ ਦਾ ਇੱਕ ਕੈਲੀਫੇਟ ਸੀਗਾ, ਮਤਲਬ ਟਰਕੀ ਦੇ ਵਿੱਚ ਇੱਕ ਉਹਨਾਂ ਦਾ ਜਿਹੜੇ ਮੁਸਲਿਮ ਰੂਲਰਸ ਹੈਗੇ ਆ, ਜਿੰਨੇ ਵੀ ਮੁਸਲਿਮ ਸੀਗੇ ਇੰਡੀਆ ਦੇ ਵਿੱਚ, ਜਾਂ ਕਹਿ ਸਕਦੇ ਹਾਂ ਜਿੰਨੇ ਵੀ ਵਰਲਡ ਦੇ ਮੁਸਲਿਮ ਸੀਗੇ, ਕੈਲਿਫ ਦੀ ਪੋਜੀਸ਼ਨ ਹੁੰਦੀ ਸੀਗੀ, ਉਹਨੂੰ ਇੱਕ ਤਰ੍ਹਾਂ ਦਾ ਮਤਲਬ ਕਹਿ ਸਕਦੇ ਹਾਂ ਰੱਬ ਦਾ ਉਹਦਾ ਹੀ ਦਿੱਤਾ ਜਾਂਦਾ ਸੀਗਾ। ਠੀਕ ਹੈ। ਤਾਂ ਕੀ ਹੋਇਆ ਕਿ ਜਦੋਂ ਵਰਲਡ ਵਾਰ 1 ਹੋ ਰਿਹਾ ਸੀਗਾ ਤਾਂ ਟਰਕੀ ਹਾਰ ਗਿਆ ਸੀਗਾ ਵਰਲਡ ਵਾਰ 1 ਦੇ ਵਿੱਚ। ਤਾਂ ਜਿਹੜੇ ਇੱਥੋਂ ਦੇ ਮੁਸਲਿਮ ਸੀਗੇ ਉਹ ਚਾਹੁੰਦੇ ਸੀਗੇ ਵੀ ਉਹ ਕੈਲਿਫ ਨੂੰ ਨਾ ਹਟਾਇਆ ਜਾਵੇ। ਠੀਕ ਹੈ ਜੀ। ਅਤੇ ਜਿਹੜੀਆਂ ਉੱਥੇ ਦੇ ਰਿਲੀਜੀਅਸ ਪਲੇਸਿਸ ਹੈ ਉਹਨਾਂ ਦੀ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਏ। ਬ੍ਰਿਟਿਸ਼ਰ ਨੂੰ ਚਾਹ ਰਹੇ ਸੀਗੇ, ਕਿਉਂਕਿ ਬ੍ਰਿਟਿਸ਼ਰਸ ਹੀ ਮੇਜਰ ਵਿਨਰ ਸੀਗੇ ਵਰਲਡ ਵਾਰ 1 ਦੇ। ਤਾਂ ਬ੍ਰਿਟਿਸ਼ਰਸ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਸਾਡੇ ਜਿਹੜੇ ਟਰਕੀ ਦੇ ਵਿੱਚ ਕੈਲੀਫੇਟ ਹੈਗਾ ਜਾਂ ਕੈਲਿਫ ਹੈਗਾ ਉਹਨੂੰ ਨਾ ਹਟਾਇਆ ਜਾਵੇ। ਤਾਂ ਉਸ ਕਰਕੇ ਬ੍ਰਿਟਿਸ਼ਰਸ ਕੋਲੋਂ ਸਪੋਰਟ ਮੰਗ ਰਹੇ ਸੀਗੇ। ਪਰ 1919 ਦੇ ਵਿੱਚ ਜਦੋਂ ਬ੍ਰਿਟਿਸ਼ਰਸ ਨੇ ਪ੍ਰੋਪਰ ਟ੍ਰੀਟੀ ਸਾਈਨ ਕੀਤੀਆਂ ਤਾਂ ਉਹਨਾਂ ਨੇ ਕੈਲਿਫ ਦੀ ਜਿਹੜੀ ਪੋਜੀਸ਼ਨ ਹੈ ਖ਼ਤਮ ਕਰਤੀ ਅਤੇ ਉੱਥੇ ਡੈਮੋਕ੍ਰੇਟਿਕ ਗੌਰਮੈਂਟ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਮੁਸਲਮਾਨ ਜਿਹੜੇ ਆਪਣੇ ਭਰਾ ਸੀਗੇ ਉਹਨਾਂ ਨੂੰ ਰੋਸ਼ ਆ ਗਿਆ ਬ੍ਰਿਟਿਸ਼ ਸਰਕਾਰ 'ਤੇ ਵੀ ਹਾਂ ਵੀ ਤੁਸੀਂ ਤਾਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਜੇ ਅਗਰ ਤੁਸੀਂ ਜਿੱਤ ਜਾਂਦੇ ਹੋ ਵਾਰ ਦੇ ਵਿੱਚ ਤਾਂ ਤੁਸੀਂ ਸਾਡੇ ਜਿਹੜੇ ਕੈਲੀਫ ਨੂੰ ਨਹੀਂ ਹਟਾਓਗੇ, ਜਿਵੇਂ ਜਿਸ ਢੰਗ ਦੇ ਨਾਲ ਟਰਕੀ ਦੇ ਵਿੱਚ ਸਾਰਾ ਕੁਛ ਚੱਲ ਰਿਹਾ ਉਸੇ ਢੰਗ ਦੇ ਨਾਲ ਤੁਸੀਂ ਰੱਖੋਗੇ। ਪਰ ਬ੍ਰਿਟਿਸ਼ ਗੌਰਮੈਂਟ ਆਪਣੇ ਵਾਅਦੇ 'ਤੇ ਖੜੀ ਨਹੀਂ ਉਤਰ ਪਾਈ। ਤਾਂ ਉਹਨਾਂ ਨੂੰ ਲੱਗ ਗਿਆ ਵੀ ਜਿਹੜੀ ਸਰਕਾਰ ਹੈਗੀ ਹੈ ਇਹ ਤਾਂ ਸਾਡੇ ਹੱਕ 'ਚ ਵੀ ਹੈ ਨਹੀਂ ਗੀ, ਹਿੰਦੂਆਂ ਦੇ ਕੀ ਮੁਸਲਮਾਨਾਂ ਦੇ ਕੀ, ਇਹ ਕਿਸੇ ਦੇ ਵੀ ਹੱਕ 'ਚ ਹੈ ਨਹੀਂ ਗੀ। ਤਾਂ ਉਹਨਾਂ ਨੇ ਸੋਚਿਆ ਵੀ ਅਸੀਂ ਇੱਕ ਇਹਦੇ ਖਿਲਾਫ, ਬ੍ਰਿਟਿਸ਼ਰਸ ਦੇ ਖਿਲਾਫ ਅਸੀਂ ਮੂਵਮੈਂਟ ਸਟਾਰਟ ਕਰਾਂਗੇ ਜਿਹਦਾ ਨਾਮ ਦਿੱਤਾ ਗਿਆ ਖਿਲਾਫਤ ਮੂਵਮੈਂਟ। ਅਤੇ ਦੂਜੇ ਪਾਸੇ ਜਲਿਆਂਵਾਲਾ ਬਾਗ ਮੈਸਕਰੈਂਸ ਹੋ ਰਿਹਾ ਸੀਗਾ। ਠੀਕ ਹੈ ਜੀ। ਦੂਜੇ ਪਾਸੇ ਜਲਿਆਂਵਾਲਾ ਬਾਗ ਮੈਸਕਰੈਂਸ ਹੋ ਗਿਆ ਅਤੇ ਜਿਹੜੀ ਹੰਟਰ ਕਮੇਟੀ ਦੀ ਰਿਪੋਰਟ ਆਈ ਉਹ ਇੰਡੀਆ ਦੇ ਫੇਵਰ 'ਚ ਨਹੀਂ ਆਈ। ਤਾਂ ਕਾਂਗਰਸ ਨੇ ਸੋਚਿਆ ਵੀ ਇਹ ਤਾਂ ਗੱਲ ਹੀ ਹੈ ਨਹੀਂ ਗੀ ਵੀ ਐਡੀ ਵੱਡਾ ਵਾਕਾ ਹੋ ਗਿਆ ਅਤੇ ਤੁਸੀਂ ਕੁਛ ਵੀ ਨਹੀਂ ਕੀਤਾ। ਤਾਂ ਕਾਂਗਰਸ ਨੇ ਸਟਾਰਟ ਕੀਤੀ ਨੋਨ ਕਾਰਪੋਰੇਸ਼ਨ ਮੂਵਮੈਂਟ। ਤਾਂ ਦੋਨੇ ਮਿਲ ਕੇ ਖਿਲਾਫਤ ਪਲੱਸ ਨੋਨ ਕਾਰਪੋਰੇਸ਼ਨ ਤਾਂ ਇੱਕ ਮੂਵਮੈਂਟ ਬਣ ਗਈ ਖਿਲਾਫਤ ਨੋਨ ਕਾਰਪੋਰੇਸ਼ਨ ਮੂਵਮੈਂਟ। ਠੀਕ ਹੈ। ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਖਿਲਾਫਤ ਮੂਵਮੈਂਟ ਅੱਡ ਹੈਗੀ ਹੈ, ਨੋਨ ਕਾਰਪੋਰੇਸ਼ਨ ਮੂਵਮੈਂਟ ਅੱਡ ਹੈਗੀ ਹੈ, ਦੋਨੇ ਇੱਕ ਹੀ ਚੀਜ਼ ਹੈ ਨਹੀਂ ਗੀ। ਠੀਕ ਹੈ ਜੀ। ਸੋ ਇਹਨਾਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਰੂਰੀ ਹੈਗੀਆਂ ਚੀਜ਼ਾਂ। ਠੀਕ ਹੈ ਜੀ। ਸੋ ਖਿਲਾਫਤ ਮੂਵਮੈਂਟ ਅੱਡ ਹੈਗੀ ਹੈ, ਨੋਨ ਕਾਰਪੋਰੇਸ਼ਨ ਮੂਵਮੈਂਟ ਅੱਡ ਹੈਗੀ ਹੈ। ਖਿਲਾਫਤ ਮੂਵਮੈਂਟ ਮੁਸਲਿਮ ਦੁਆਰਾ ਸਟਾਰਟ ਕੀਤੀ ਹੋਈ ਸੀ, ਨੋਨ ਕਾਰਪੋਰੇਸ਼ਨ ਮੂਵਮੈਂਟ ਆਪਣੇ ਜਿਹੜੀ ਕਾਂਗਰਸ ਹੈਗੀ ਹੈ ਉਹਦੇ ਦੁਆਰਾ ਸਟਾਰਟ ਕੀਤੀ ਗਈ ਸੀ। ਠੀਕ ਹੈ। ਜਿਹੜੀ ਨੋਨ ਕਾਰਪੋਰੇਸ਼ਨ ਮੂਵਮੈਂਟ ਹੈ ਉਹ ਜਲਿਆਂਵਾਲਾ ਬਾਗ ਮੈਸਕਰੈਂਸ ਤੋਂ ਉੱਭਰ ਕੇ ਸਾਹਮਣੇ ਆਈ ਸੀਗੀ, ਪਰ ਜਿਹੜੀ ਖਿਲਾਫਤ ਮੂਵਮੈਂਟ ਸੀਗੀ ਉਹ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਸਮਝਾ ਚੁੱਕਿਆ ਵੀ ਕਿਉਂ ਹੋਈ ਸੀਗੀ। ਠੀਕ ਹੈ। ਸੋ ਹੂ ਵਿਊਡ ਦ ਖਿਲਾਫਤ ਮੂਵਮੈਂਟ ਐਜ਼ ਦ ਓਪਰਚੁਨਿਟੀ ਫॉर ਇੰਟੀਗ੍ਰੇਟਿੰਗ ਹਿੰਦੂਜ਼ ਐਂਡ ਦ ਮੁਸਲਿਮ ਵਿਚ ਵਿਲ ਨਾਟ ਅਪੀਅਰ ਅਗੇਨ ਇਨ 19 ਅਗੇਨ ਵਿਦ ਇਨ ਦ ਕਮਿੰਗ 100 years। ਸੋ ਕੌਣ ਵੇਖ ਰਿਹਾ ਸੀ ਉਹਨੂੰ ਐਜ਼ ਏ ਓਪਰਚੁਨਿਟੀ ਵੇਖ ਰਿਹਾ ਸੀ ਦੋਨੋਂ ਮੂਵਮੈਂਟਸ ਨੂੰ, ਜਿਹੜੀ ਖਿਲਾਫਤ ਮੂਵਮੈਂਟ ਸੀ ਅਤੇ ਨੋਨ ਕਾਰਪੋਰੇਸ਼ਨ ਮੂਵਮੈਂਟ ਹੈ, ਇਹਨੂੰ ਐਜ਼ ਏ ਓਪਰਚੁਨਿਟੀ ਵੇਖਿਆ ਜਾ ਰਿਹਾ ਸੀਗਾ ਮਹਾਤਮਾ ਗਾਂਧੀ ਦੁਆਰਾ ਵੀ ਹਾਂ ਵੀ ਇੱਕ ਤਰ੍ਹਾਂ ਦੀ ਓਪਰਚੁਨਿਟੀ ਹੋ ਸਕਦੀ ਹੈ ਵੀ ਹਿੰਦੂ ਅਤੇ ਮੁਸਲਿਮ ਨੂੰ ਇਕੱਠ ਕੀਤਾ ਜਾਵੇ। ਇਹਨਾਂ ਦੋਨਾਂ ਦਾ ਜਿਹੜਾ ਕਹਿ ਸਕਦੇ ਡਿਫਰੈਂਸਿਸ ਹੈਗੇ ਦੋਨਾਂ ਦੇ ਵਿੱਚ ਉਹ ਡਿਫਰੈਂਸਿਸ ਖਤਮ ਕੀਤੇ ਜਾਣ। ਠੀਕ ਹੈ ਜੀ। ਸੋ ਇੱਕ ਤਰ੍ਹਾਂ ਦੀ ਓਪਰਚੁਨਿਟੀ ਹੋ ਸਕਦੀ ਹੈ। ਖਿਲਾਫਤ ਅਤੇ ਨੋਨ ਕਾਰਪੋਰੇਸ਼ਨ ਮੂਵਮੈਂਟ ਦਾ ਜਿਹੜਾ ਬਹੁਤ ਵੱਡਾ ਸਕਸੈਸ ਉਹਨਾਂ ਨੂੰ ਵਿਖ ਰਿਹਾ ਸੀਗਾ, ਪਰ ਲੱਗ ਰਿਹਾ ਸੀ ਵੀ ਹਾਂ ਸਕਸੈਸਫੁਲ ਹੋ ਸਕਦੇ ਆ, ਪਰ ਉਹ ਸਕਸੈਸਫੁਲ ਉਸ ਲੈਵਲ ਤੱਕ ਨਹੀਂ ਹੋ ਪਾਏ। ਤਾਂ ਜਿਹੜੀ ਮਤਲਬ ਉਹ ਰਿਜ਼ਲਟ ਸੋਚ ਰਹੇ ਸੀ ਉਹ ਰਿਜ਼ਲਟ ਵੀ ਨਹੀਂ ਆਏ, ਪਰ ਉਹਨਾਂ ਨੂੰ ਲੱਗ ਰਿਹਾ ਸੀ ਵੀ ਰਿਜ਼ਲਟ ਆਉਣਗੇ ਪਰ ਆਏ ਨਹੀਂ, ਉਹਨਾਂ ਨੂੰ ਪੋਟੈਂਸ਼ੀਅਲੀ ਲੱਗ ਰਿਹਾ ਸੀਗਾ। ਠੀਕ ਹੈ। ਸੋ ਇਹ ਗੱਲਾਂ ਬਹੁਤ ਹੀ ਇੰਪੋਰਟੈਂਟ ਹੈਗੀਆਂ, ਇਹੀ ਚੀਜ਼ਾਂ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਣੀਆਂ, ਇਹੀ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗੀਆਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਵਿਚ ਆਫ ਦਾ ਫੋਲੋਇੰਗ ਇੰਡੀਅਨ ਲੀਡਰ ਡਿਡ ਨਾਟ ਸਪੋਰਟ ਦਾ ਖਿਲਾਫਤ ਮੂਵਮੈਂਟ? ਤਾਂ ਕਿਹੜਾ ਇਹ ਜਿਹਾ ਆਪਣਾ ਇੰਡੀਅਨ ਲੀਡਰ ਹੈਗਾ ਜਿਹਨੇ ਖਿਲਾਫਤ ਮੂਵਮੈਂਟ ਨੂੰ ਸਪੋਰਟ ਨਹੀਂ ਕੀਤਾ ਸੀਗਾ? ਤਾਂ ਉਹ ਆਪਣਾ ਉਹਨਾਂ ਦਾ ਨਾਮ ਹੈਗਾ ਮਦਨ ਮੋਹਨ ਮਾਲਵੀਆ ਨੇ ਖਿਲਾਫਤ ਮੂਵਮੈਂਟ ਨੂੰ ਸਪੋਰਟ ਨਹੀਂ ਕੀਤਾ ਸੀਗਾ। ਨੈਕਸਟ ਕੁਐਸਚਨ ਹੈਗਾ ਮੋਪਲਾ ਰੈਬੇਲੀਅਨ ਇਨ 1920 ਵਾਜ਼ ਐਨ ਆਫਸ਼ੂਟ ਆਫ? ਹੁਣ ਜਿਹੜਾ ਮੋਪਲਾ ਰੈਬੇਲੀਅਨ ਹੈਗਾ ਜੋ 1921 ਦੇ ਵਿੱਚ ਹੋਇਆ ਸੀਗਾ, ਤਾਂ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਇਹ ਕਿਹੜੀ ਈਵੈਂਟ ਦੇ ਦੌਰਾਨ ਹੋਇਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਖਿਲਾਫਤ ਮੂਵਮੈਂਟ ਦੇ ਦੌਰਾਨ ਮੋਪਲਾ ਰੈਬੇਲੀਅਨ ਹੋਇਆ ਸੀਗਾ। ਹੁਣ ਮਤਲਬ ਮੋਪਲਾ ਰੈਬੇਲੀਅਨ ਆਪਣੇ ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ ਕਿਉਂ ਜ਼ਰੂਰੀ ਹੈ? ਕਿਉਂਕਿ ਜਿਹੜਾ ਮੋਪਲਾ ਰੈਬੇਲੀਅਨ ਹੈਗਾ ਉਹ ਇੱਕ ਕਮਿਊਨਲ ਵਾਇਲੈਂਸ ਦੀ ਫਾਰਮ ਦੇ ਵਿੱਚ ਵੇਖਿਆ ਜਾ ਰਿਹਾ ਸੀਗਾ, ਕਿਉਂਕਿ ਜਿਹੜੇ ਪੀਜ਼ੈਂਟ ਸੀਗੇ ਜਾਂ ਕਹਿ ਸਕਦੇ ਹਾਂ ਜਿਹੜੇ ਕਿਸਾਨ ਸੀਗੇ ਉਹ ਤਾਂ ਹੈਗੇ ਸੀਗੇ ਮੁਸਲਿਮਸ। ਠੀਕ ਹੈ।
ਤੇ ਉਹਨਾਂ ਉੱਤੇ ਜਿਹੜੇ ਜ਼ਿਮੀਂਦਾਰ ਸੀਗੇ ਮਤਲਬ ਜਾਂ ਕਹਿ ਸਕਦੇ ਲੈਂਡਲੋਰਡ ਸੀਗੇ ਉਹ ਹੈਗੇ ਸੀਗੇ ਹਿੰਦੂ। ਠੀਕ ਹੈ, ਦੋਨਾਂ ਵਿਚਕਾਰ ਇੱਕ ਰਿਬੇਲੀਅਨ ਹੋਇਆ ਸੀਗਾ ਡਿਊਰਿੰਗ ਦੀ ਖਿਲਾਫਤ ਨੋਨ ਕਾਰਪੋਰੇਸ਼ਨ ਮੂਵਮੈਂਟ। ਤਾਂ ਉਹਨੇ ਕਮਿਊਨਲ ਵਾਇਲੈਂਸ ਦਾ ਫਾਰਮ ਲੈ ਲਈ ਸੀਗੀ। ਠੀਕ, ਕਮਿਊਨਲ ਵਾਇਲੈਂਸ ਕੀ ਹੁੰਦਾ? ਦੋ ਕਮਿਊਨਿਟੀਜ਼ ਦੇ ਬੇਸਿਸ 'ਤੇ ਲੜਾਈ ਹੋਣਾ ਇੱਕ ਦੂਜੇ ਦੇ ਵਿੱਚ। ਠੀਕ ਹੈ, ਤਾਂ ਉਹਨੇ ਕਮਿਊਨਲ ਵਾਇਲੈਂਸ ਦੀ ਫਾਰਮ ਲੈ ਲਈ ਸੀ, ਤਾਂ ਕਰਕੇ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗਾ। ਵੈਸੇ ਤਾਂ ਆਪਾਂ ਸੋਚ ਰਹੇ ਸੀ ਖਿਲਾਫਤ ਨੋਨ ਕਾਰਪੋਰੇਸ਼ਨ ਮੂਵਮੈਂਟ ਆਪਣੇ ਹਿੰਦੂ ਅਤੇ ਮੁਸਲਿਮ ਦੇ ਵਿੱਚ ਇੱਕ ਯੂਨਿਟੀ ਕ੍ਰੀਏਟ ਕਰੂਗੀ, ਪਰ ਜਿਹੜਾ ਮੋਪਲਾ ਰਿਬੇਲੀਅਨ ਇੱਕ ਕੰਟਰੋਵਰਸੀ ਹੈ, ਕੰਟਰਾਡਿਕਸ਼ਨ ਹੈਗੀ ਹੈ ਜਿਹੜੀ ਆਪਣੀ ਏਮ ਸੀਗਾ ਖਿਲਾਫਤ ਨੋਨ ਕਾਰਪੋਰੇਸ਼ਨ ਮੂਵਮੈਂਟ ਦਾ। ਤਾਂ ਕਰਕੇ ਮੂਵਮੈਂਟ ਹੈਗੀ ਹੈ ਜਾਂ ਕਹਿ ਸਕਦੇ ਰਿਬੇਲੀਅਨ ਹੈਗਾ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਿਆਦਾ ਜ਼ਰੂਰੀ ਬਣ ਜਾਂਦਾ। ਠੀਕ ਹੈ, ਸੋ ਮੋਪਲਾ ਰਿਬੇਲੀਅਨ ਕਿੱਥੇ ਹੋਇਆ ਸੀਗਾ? ਮਾਲਾਬਾਰ ਕੋਸਟ 'ਤੇ ਹੋਇਆ ਸੀਗਾ ਜਾਂ ਕਹਿ ਸਕਦੇ ਕੇਰਲਾ ਦੇ ਵਿੱਚ ਹੋਇਆ ਸੀਗਾ। ਅਤੇ ਕਦੋਂ ਹੋਇਆ ਸੀਗਾ? 1921 ਦੇ ਵਿੱਚ ਹੋਇਆ ਸੀਗਾ। ਠੀਕ ਹੈ ਜੀ, ਸੋ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ, ਤੁਸੀਂ ਯਾਦ ਰੱਖਣਾ ਵੀ ਕਿੱਥੇ ਹੋਇਆ ਸੀਗਾ ਅਤੇ ਕਦੋਂ ਹੋਇਆ ਸੀਗਾ ਅਤੇ ਕਿਹੜੀ ਮੂਵਮੈਂਟ ਦੇ ਦੌਰਾਨ ਹੋਇਆ ਸੀ। ਤਾਂ ਆਪਣਾ ਆਨਸਰ ਆ ਜਾਊਗਾ ਖਿਲਾਫਤ ਨੋਨ ਕਾਰਪੋਰੇਸ਼ਨ ਮੂਵਮੈਂਟ ਦੇ ਦੌਰਾਨ ਹੋਇਆ ਸੀ। ਕਦੋਂ ਹੋਇਆ ਸੀਗਾ? 1921 ਦੇ ਵਿੱਚ ਹੋਇਆ ਸੀਗਾ। ਠੀਕ ਹੈ ਜੀ, ਅਤੇ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਦ ਨੋਨ ਕਾਰਪੋਰੇਸ਼ਨ ਮੂਵਮੈਂਟ ਵਾਜ਼ ਸਟਾਰਟਡ ਇਨ। ਸੋ ਆਪਣਾ ਕੁਐਸਚਨ ਹੈਗਾ ਵੀ ਨੋਨ ਕਾਰਪੋਰੇਸ਼ਨ ਮੂਵਮੈਂਟ ਕਦੋਂ ਸਟਾਰਟ ਹੋਈ ਸੀ। ਤਾਂ ਆਪਣਾ ਆਨਸਰ ਆ ਜਾਊਗਾ 1920 ਦੇ ਵਿੱਚ ਨੋਨ ਕਾਰਪੋਰੇਸ਼ਨ ਮੂਵਮੈਂਟ ਸਟਾਰਟ ਹੋਈ ਸੀਗੀ। ਠੀਕ ਹੈ, ਸੋ ਇਹ ਸਾਰਿਆਂ ਨੂੰ ਪਤਾ ਹੀ ਹੋਊਗਾ ਆਲਮੋਸਟ। ਅਤੇ ਜੇ ਕਿਸੇ ਨੂੰ ਨਹੀਂ ਪਤਾ ਤਾਂ ਤੁਸੀਂ ਹੁਣ ਸਾਰੀਆਂ ਚੀਜ਼ਾਂ ਤੁਸੀਂ ਜਿਹੜੇ ਨੋਟਸ ਮਿਲਦੇ ਆ ਜਿਵੇਂ ਮਤਲਬ ਨੋਟਸ ਪ੍ਰੋਵਾਈਡ ਕੀਤੇ ਜਾ ਰਹੇ ਸਾਰੇ ਕੁਐਸਚਨ ਤੁਸੀਂ ਯਾਦ ਕਰ ਲੈਣੇ ਸਾਰਿਆਂ ਨੂੰ। ਠੀਕ ਹੈ, ਨੋਨ ਕਾਰਪੋਰੇਸ਼ਨ ਮੂਵਮੈਂਟ ਕਦੋਂ ਸਟਾਰਟ ਹੋਈ ਸੀਗੀ? 1920 ਦੇ ਵਿੱਚ ਹੋਈ ਸੀ। ਠੀਕ ਹੈ, ਦ ਫਸਟ ਮਾਸ ਮੂਵਮੈਂਟ ਲਾਂਚਡ ਬਾਏ ਦ ਮਹਾਤਮਾ ਗਾਂਧੀ। ਸੋ ਕਿਹੜੀ ਹੈ ਜੀ ਪਹਿਲੀ ਮਾਸ ਮੂਵਮੈਂਟ ਹੈ ਜੋ ਮਹਾਤਮਾ ਗਾਂਧੀ ਦੁਆਰਾ ਸਟਾਰਟ ਕੀਤੀ ਗਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਨੋਨ ਕਾਰਪੋਰੇਸ਼ਨ ਮੂਵਮੈਂਟ। ਠੀਕ ਹੈ, ਸੋ ਹੁਣ ਤੁਸੀਂ ਇੱਥੇ ਕਨਫਿਊਜ਼ ਨਹੀਂ ਹੋਣਾ ਹੈ। ਠੀਕ ਹੈ, ਜਿਹੜਾ ਜਲਿਆਂਵਾਲਾ ਜਿਹੜਾ ਕਹਿ ਸਕਦੇ ਰੋਲਟੈਕ ਸੱਤਿਆਗ੍ਰਹਿ ਸੀਗਾ ਉਹ ਫਿਰ ਵੀ ਨੈਸ਼ਨਲ ਲੈਵਲ 'ਤੇ ਜ਼ਰੂਰ ਸੀਗਾ ਇੱਕ ਸੱਤਿਆਗ੍ਰਹਿ। ਠੀਕ ਹੈ, ਨੈਸ਼ਨਲ ਲੈਵਲ 'ਤੇ ਸੱਤਿਆਗ੍ਰਹਿ ਸੀਗਾ ਪਰ ਨੋਨ ਕਾਰਪੋਰੇਸ਼ਨ ਨਹੀਂ ਸੀਗੀ। ਸੱਤਿਆਗ੍ਰਹਿ ਅਤੇ ਨੋਨ ਕਾਰਪੋਰੇਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਫਰੈਂਸ ਹੈਗਾ। ਨੋਨ ਕਾਰਪੋਰੇਸ਼ਨ ਦਾ ਸਿੱਧਾ ਹੀ ਮਤਲਬ ਹੋ ਜਾਂਦਾ ਹੈ ਵੀ ਬ੍ਰਿਟਿਸ਼ ਸਰਕਾਰ ਦੇ ਨਾਲ ਅਸੀਂ ਕੋਆਪਰੇਟ ਹੀ ਨਹੀਂ ਕਰਨਾ ਹੈ। ਠੀਕ ਹੈ, ਸੱਤਿਆਗ੍ਰਹਿ ਕੀ ਹੋ ਜਾਂਦਾ ਵੀ ਅਸੀਂ ਪੈਸਿਵ ਰੈਜ਼ਿਸਟੈਂਸ ਵਿਖਾਵਾਂਗੇ। ਠੀਕ ਹੈ ਜੀ, ਬ੍ਰਿਟਿਸ਼ ਰੂਲ ਨੂੰ। ਠੀਕ ਹੈ, ਸੋ ਸੱਤਿਆਗ੍ਰਹਿ ਦੇ ਵਿੱਚ ਬਹੁਤ ਹੀ ਅੱਡ ਚੀਜ਼ਾਂ ਹੁੰਦੀਆਂ ਅਤੇ ਨੋਨ ਕਾਰਪੋਰੇਸ਼ਨ ਦੇ ਵਿੱਚ ਅੱਡ ਚੀਜ਼ਾਂ ਹੁੰਦੀਆਂ। ਠੀਕ ਹੈ, ਸੋ ਸੱਤਿਆਗ੍ਰਹਿ ਜਿਹੜਾ ਨੈਸ਼ਨਲ ਲੈਵਲ 'ਤੇ ਪਰਫੋਰਮ ਕੀਤਾ ਗਿਆ ਸੀਗਾ ਉਹ ਸੀਗਾ ਰੋਲਟੈਕ ਸੱਤਿਆਗ੍ਰਹਿ। ਠੀਕ ਹੈ, ਨੈਸ਼ਨਲ ਲੈਵਲ 'ਤੇ ਨੋਨ ਕਾਰਪੋਰੇਸ਼ਨ ਮੂਵਮੈਂਟ ਕਿੱਥੇ ਪਰਫੋਰਮ ਕੀਤੀ ਗਈ ਸੀ ਗਾਂਧੀ ਜੀ ਦੁਆਰਾ? ਤਾਂ ਆਪਣਾ ਆਨਸਰ ਆ ਜਾਊਗਾ ਨੋਨ ਕਾਰਪੋਰੇਸ਼ਨ ਮੂਵਮੈਂਟ 1920, ਜਿਹੜੀ ਕਿ ਫਸਟ ਨੈਸ਼ਨਲ ਲੈਵਲ ਦੀ ਮੂਵਮੈਂਟ ਸੀਗੀ ਜੋ ਗਾਂਧੀ ਜੀ ਦੁਆਰਾ ਕੰਡਕਟ ਕੀਤੀ ਗਈ ਸੀਗੀ। ਜੇ ਆਪਾਂ ਰੀਜਨਲ ਲੈਵਲ 'ਤੇ ਗੱਲ ਕਰੀਏ ਤਾਂ ਪਹਿਲਾ ਨੋਨ ਕਾਰਪੋਰੇਸ਼ਨ ਕਿੱਥੇ ਪ੍ਰੈਕਟਿਸ ਕੀਤਾ ਗਿਆ ਸੀ? ਤਾਂ ਆਪਣਾ ਆਨਸਰ ਆ ਜਾਊਗਾ ਖੇੜਾ ਸੱਤਿਆਗ੍ਰਹਿ ਦੇ ਦੌਰਾਨ। ਠੀਕ ਹੈ, ਪਹਿਲਾ ਫਾਸਟ ਕੀਤੇ ਹੋਇਆ ਸੀਗਾ ਅਹਿਮਦਾਬਾਦ ਮਿਲ ਸਟ੍ਰਾਈਕ ਦੇ ਦੌਰਾਨ। ਠੀਕ ਹੈ, ਅਤੇ ਪਹਿਲਾ ਸੱਤਿਆਗ੍ਰਹਿ ਕਿਹੜਾ ਸੀਗਾ ਗਾਂਧੀ ਜੀ ਦਾ? ਤਾਂ ਆਪਣਾ ਆਨਸਰ ਆ ਜਾਊਗਾ ਚੰਪਾਰਨ ਸੱਤਿਆਗ੍ਰਹਿ। ਠੀਕ ਹੈ, ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਜੋ ਤੁਹਾਡੇ ਐਗਜ਼ਾਮ ਮਤਲਬ ਤੁਹਾਡਾ ਜਿਹੜਾ ਹਿਸਟੋਰੀਕਲ ਪੁਆਇੰਟ ਆਫ ਵਿਊ ਹੈ ਤੁਹਾਡਾ ਕਲੈਰਿਟੀ ਲੈ ਕੇ ਆਉਣਗੀਆਂ ਹਿਸਟੋਰੀਕਲ ਪੁਆਇੰਟ ਆਫ ਵਿਊ ਦੇ ਵਿੱਚ ਤੁਹਾਡੀ ਨੌਲੇਜ ਇਨਹਾਂਸ ਵੀ ਕਰਨਗੀਆਂ ਅਤੇ ਤੁਹਾਡੇ ਮਾਰਕਸ ਵੀ ਤੁਹਾਨੂੰ ਮੈਕਸਿਮਮ ਫੈਚ ਕਰਾਉਣਗੀਆਂ। ਠੀਕ ਹੈ, ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਵੈਨ ਡਿਡ ਗਾਂਧੀ ਜੀ ਗਿਵ ਦਾ ਸਲੋਗਨ ਆਫ ਸਵਰਾਜ ਇਨ ਦਾ ਈਅਰ। ਹੁਣ ਨੋਨ ਕਾਰਪੋਰੇਸ਼ਨ ਮੂਵਮੈਂਟ ਦੇ ਦੌਰਾਨ ਇੱਕ ਸਲੋਗਨ ਉੱਭਰ ਕੇ ਸਾਹਮਣੇ ਆਇਆ ਸੀਗਾ ਸਵਰਾਜ ਇਨ ਏ ਈਅਰ। ਵੀ ਇੰਨੀ ਕੁ ਗਾਂਧੀ ਜੀ ਨੂੰ ਲੱਗ ਰਹੀ ਸੀ, ਇੰਨੀ ਕੁ ਮੂਵਮੈਂਟ ਕਹਿ ਸਕਦੇ ਹਾਂ ਵੀ ਇੰਨੀ ਕੁ ਹਾਈ ਮੂਵਮੈਂਟ ਸੀਗੀ, ਇੰਨੀ ਕੁ ਹਾਈਪ ਸੀਗੀ ਮੂਵਮੈਂਟ ਦੀ, ਤਾਂ ਗਾਂਧੀ ਜੀ ਨੇ ਸਲੋਗਨ ਦਿੱਤਾ ਵੀ ਹਾਂ 1 ਸਾਲ ਦੇ ਵਿੱਚ ਆਪਾਂ ਸਵਰਾਜ ਲੈਣਾ ਅੰਗਰੇਜ਼ਾਂ ਕੋਲੋਂ। ਤਾਂ ਲੋਕ ਬਹੁਤ ਹੀ ਉਤਸ਼ਾਹਿਤ ਹੋ ਗਏ ਸੀ ਕਿ ਬਹੁਤ ਹੀ ਐਂਥੂਜੈਸਟਿਕ ਹੋ ਗਏ ਸੀਗੇ ਵੀ ਹਾਂ ਹੁਣ ਤਾਂ ਸਵਰਾਜ ਜਾਂ ਕਹਿ ਸਕਦੇ ਹਾਂ ਵੀ ਸੈਲਫ ਰੂਲ ਆਇਆ ਕਿ ਆਇਆ। ਲੋਕਾਂ ਨੂੰ ਲੱਗਦਾ ਸੀ ਵੀ ਕੱਲ੍ਹ ਹੀ ਆ ਜਾਊਗਾ ਸੈਲਫ ਰੂਲ, ਮਤਲਬ ਹੁਣੇ ਹੀ ਆ ਜਾਊਗਾ। ਜਿਵੇਂ 1920 ਦੇ ਮੂਵਮੈਂਟ ਸਟਾਰਟ ਕੀਤੀ ਤਾਂ ਉਹਨਾਂ ਨੂੰ ਲੱਗਦਾ ਸੀ 21-22 ਦੇ ਵਿੱਚ ਅਸੀਂ ਸਵਰਾਜ ਲੈ ਡਿੱਗਾਂਗੇ। ਪਰ ਕੁਛ ਵਾਇਲੈਂਟ ਇੰਸੀਡੈਂਟ ਇਹੋ ਜਿਹੇ ਹੋ ਗਏ ਜਿਵੇਂ ਕਿ ਚੋਰਾਚਾਰੀ ਇੰਸੀਡੈਂਟ ਜਾਂ ਹੋਰ ਵੀ ਕਿਤੇ ਕਈ ਥਾਂ 'ਤੇ ਵਾਇਲੈਂਸ ਹੋਣ ਲੱਗ ਗਈ। ਤਾਂ ਗਾਂਧੀ ਜੀ ਨੂੰ ਲੱਗ ਗਿਆ ਵੀ ਜਿਹੜੇ ਪ੍ਰਿੰਸੀਪਲ ਸੀਗੇ ਜਾਂ ਕਹਿ ਸਕਦੇ ਆ ਵੀ ਜਿਹਨਾਂ ਪ੍ਰਿੰਸੀਪਲ ਦੇ ਆਧਾਰ 'ਤੇ ਮੂਵਮੈਂਟ ਸਟਾਰਟ ਹੋਈ ਸੀ ਕਿ ਉਹਨਾਂ ਦੌਰਾਨ 'ਤੇ ਮੂਵਮੈਂਟ ਨਹੀਂ ਚੱਲ ਰਹੀ, ਤਾਂ ਉਹਨਾਂ ਨੇ ਮੂਵਮੈਂਟ ਕਾਲਡ ਆਫ ਕਰਤੀ ਸੀਗੀ। ਦੂਜੀ ਗੱਲ ਇਹ ਸੀਗੀ ਮੂਵਮੈਂਟ ਕਾਲਡ ਆਫ ਕਿਉਂ ਕੀਤੀ ਗਈ ਜਾਂ ਕਹਿ ਸਕਦੇ ਆ ਬੰਦ ਕਿਉਂ ਕੀਤੀ ਗਈ? ਤਾਂ ਜਿਹੜਾ ਦੂਜਾ ਮੋਸਟ ਇੰਪੋਰਟੈਂਟ ਰੀਜ਼ਨ ਸੀਗਾ ਉਹ ਸੀਗਾ ਮਾਸਿਸ ਦਾ ਥੱਕਣਾ। ਮਾਸਿਸ ਐਗਜ਼ੌਸਟ ਹੋ ਚੁੱਕੇ ਸੀ ਮੂਵਮੈਂਟ ਦੇ ਨਾਲ, ਉਹਨਾਂ ਨੂੰ ਕੋਈ ਪੋਟੈਂਸ਼ੀਅਲ ਰਿਜ਼ਲਟਸ ਨਹੀਂ ਆ ਰਹੇ ਸੀਗੇ। ਠੀਕ ਹੈ ਜੀ, ਇਨੀਸ਼ੀਅਲੀ ਤਾਂ ਲੱਗ ਰਿਹਾ ਸੀਗਾ 1920 ਦੇ ਵਿੱਚ ਸਟਾਰਟ ਕੀਤੀ ਤਾਂ ਉਹਨਾਂ ਨੇ ਬੜੇ ਹੀ ਕੌਨਫੀਡੈਂਸ ਦੇ ਨਾਲ ਸਲੋਗਨ ਦਿੱਤਾ ਸਵਰਾਜ ਇਨ ਏ ਈਅਰ। ਠੀਕ ਹੈ, ਪਰ ਬਾਅਦ ਦੇ ਮੂਵਮੈਂਟ ਫਲੋਪ ਹੁੰਦੀ ਗਈ। ਠੀਕ ਹੈ ਯਾਰ, ਅਰਾਊਂਡ 1923 ਦੇ ਵਿੱਚ ਇਹਨਾਂ ਨੇ ਪਰਮਾਨੈਂਟਲੀ ਮੂਵਮੈਂਟ ਨੂੰ ਕਾਲਡ ਆਫ ਕਰਤਾ ਸੀਗਾ ਡਿਊਰਿੰਗ ਦੀ ਚੋਰੀ ਇੰਸੀਡੈਂਟ। ਠੀਕ ਹੈ, ਸਾਰਿਆਂ ਨੂੰ ਪਤਾ ਹੋਊਗਾ। ਅਤੇ ਆਪਾਂ ਨੈਕਸਟ ਕੁਐਸਚਨ ਹੈਗਾ ਆਪਣਾ ਵਿਚ ਵਨ ਆਫ ਦਾ ਫੋਲੋਇੰਗ ਵਾਜ਼ ਨੋਟ ਏ ਕਾਜ਼ ਫॉर ਦਾ ਸਟਾਰਟਿੰਗ ਆਫ ਦਾ ਨੋਨ ਕਾਰਪੋਰੇਸ਼ਨ ਮੂਵਮੈਂਟ।
ਸੋ ਰੋਲਟ ਐਕਟ ਉਹਦਾ ਕੌਜ਼ ਨਹੀਂ ਸੀਗਾ ਮੂਵਮੈਂਟ ਨੂੰ ਸਟਾਰਟ ਕਰਨ ਦਾ। ਮੂਵਮੈਂਟ ਨੂੰ ਸਟਾਰਟ ਕਰਨ ਦਾ ਕੌਜ਼ ਸੀਗਾ, ਇਮੀਡੀਏਟ ਕੌਜ਼ ਦੀ ਆਪਾਂ ਗੱਲ ਕਰੀਏ ਤਾਂ ਇਮੀਡੀਏਟ ਕੌਜ਼ ਸੀਗਾ ਮੂਵਮੈਂਟ ਨੂੰ ਸਟਾਰਟ ਕਰਨ ਦਾ ਜਲਿਆਂਵਾਲਾ ਬਾਗ ਮੈਸਕਰੈਂਸ, ਠੀਕ ਹੈ, ਹੰਟਰ ਕਮੇਟੀ ਦੀ ਰਿਪੋਰਟ, ਠੀਕ ਹੈ ਜੀ, ਜਿਹੜੇ 1919 ਦਾ ਐਕਟ ਆਇਆ ਸੀਗਾ ਉਹ ਚੀਜ਼ਾਂ। ਸੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਮੂਵਮੈਂਟ ਨੂੰ ਰੂਪ ਦਿੱਤਾ, ਠੀਕ ਹੈ ਜੀ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਥੈਂਕ ਯੂ ਸੋ ਮਚ।